ਪ੍ਰਭੂ ਦੇ ਵਚਨ ਦੇ ਵਿੱਚੋਂ ਇਹਨਾਂ ਦਿਨਾਂ ਦੇ ਵਿੱਚ ਅਸੀਂ ਪਵਿੱਤਰ ਆਤਮਾ ਦੇ ਬਾਰੇ ਸਿੱਖ ਰਹੇ ਹਾਂ ਕਿ ਪਵਿੱਤਰ ਆਤਮਾ ਸਾਨੂੰ ਕੀ ਦਿੰਦਾ, ਸਾਨੂੰ ਪਵਿੱਤਰ ਆਤਮਾ ਤੋਂ ਕਿਹੜੀਆਂ ਚੀਜ਼ਾਂ ਪ੍ਰਾਪਤ ਹੁੰਦੀਆਂ। ਪਿਛਲੇ ਹਫ਼ਤਿਆਂ ਦੇ ਵਿੱਚ ਅਸੀਂ ਦੇਖਿਆ ਸੀਗਾ ਕਿ ਪਵਿੱਤਰ ਆਤਮਾ ਦੇ ਰਾਹੀਂ ਸਾਨੂੰ ਜਿਹੜੇ ਫਲ ਪ੍ਰਾਪਤ ਹੁੰਦੇ ਆ, ਉਹਨਾਂ ਦੇ ਵਿੱਚੋਂ ਜਿਹੜਾ ਸਭ ਤੋਂ ਉੱਤਮ ਫਲ ਦੱਸਿਆ ਗਿਆ ਸੀ ਉਹ ਸੀ ਪਿਆਰ। ਪ੍ਰਭੂ ਦਾ ਪਿਆਰ ਜੋ ਸਾਨੂੰ ਪ੍ਰਾਪਤ ਹੁੰਦਾ ਪਵਿੱਤਰ ਆਤਮਾ ਦੇ ਵੱਲੋਂ, ਉਹ ਸਾਡੇ ਅੰਦਰ ਭਰ ਦਿੱਤਾ ਗਿਆ ਹੈ ਔਰ ਉਹ ਮੰਗੇ ਤੇ ਮਿਲਦਾ। The last week we saw the love which we received from God through Holy Spirit. Today we will see the protection we have received from God through Holy Spirit. ਸਾਡੇ ਪ੍ਰਭੂ ਯਿਸੂ ਦਾ ਬਚਾਓ ਜਿਹੜਾ ਸਾਨੂੰ ਪ੍ਰਾਪਤ ਹੋਇਆ ਪਵਿੱਤਰ ਆਤਮਾ ਦੇ ਰਾਹੀਂ। ਲੇਕਿਨ ਆਓ ਸਭ ਤੋਂ ਪਹਿਲਾਂ ਉਸ ਨੂੰ ਦੇਖੀਏ ਕਿ ਪ੍ਰਭੂ ਸਾਡਾ ਬਚਾਅ ਕਿਸ ਤੋਂ ਕਰਦਾ। Let us see the one that God protect us from the enemy. We need to know our enemy. ਔਰ ਜਿਸ ਵੇਲੇ ਅਸੀਂ ਪਹਿਲਾ ਪਤਰਸ ਉਸ ਦਾ 5ਵਾਂ ਭਾਵ ਉਸ ਦੀ 6ਵੀਂ ਆਇਤ ਤੋਂ ਪੜ੍ਹਦੇ ਹਾਂ ਤੇ ਪ੍ਰਭੂ ਦੇ ਵਚਨ ਦੇ ਵਿੱਚ ਇਸ ਤਰ੍ਹਾਂ ਲਿਖਿਆ, ਇਸ ਤਰ੍ਹਾਂ ਸਾਨੂੰ ਦੱਸਿਆ ਗਿਆ, ਕਹਿੰਦਾ ਇਸ ਲਈ ਪਰਮੇਸ਼ਰ ਦੇ ਸ਼ਕਤੀਸ਼ਾਲੀ ਹੱਥ ਹੇਠ ਦੀਨ ਬਣ ਕੇ ਰਹੋ ਕਿ ਉਹ ਤੁਹਾਨੂੰ ਠੀਕ ਸਮਾਂ ਆਉਣ ਤੇ ਉન્નਤ ਕਰੇ। ਆਪਣੀਆਂ ਸਭ ਚਿੰਤਾਵਾਂ ਉਸ ਦੇ ਉੱਤੇ ਛੱਡ ਦੇਵੋ ਕਿਉਂਕਿ ਉਹ ਤੁਹਾਡੀ ਚਿੰਤਾ ਕਰਦਾ ਹੈ। Blessed is the man whose God is worrying for him. ਧਨ ਹੈ ਉਹ ਇਨਸਾਨ ਜਿਸ ਦਾ ਪਰਮੇਸ਼ਰ ਉਸ ਦੇ ਲਈ ਚਿੰਤਾ ਕਰੇ। ਸਾਨੂੰ ਇਹ ਚੀਜ਼ ਨਹੀਂ ਗਈ ਕਿ ਤੁਸੀਂ ਆਪਣੀਆਂ ਗੁੱਡ ਥਾਟਸ ਦੇ ਨਾਲ ਥਿੰਕ ਪੋਜ਼ਿਟਿਵ। When you think positive, you do not worry. Do not think negative. This is not, word of God is not some kind of psycho mumbo jumbo. It's not a psycho babble. ਕਿ ਜੀ ਤੁਸੀਂ ਚੰਗੀਆਂ ਸੋਚਾਂ, ਪੋਜ਼ਿਟਿਵ ਸੋਚੋ। ਪੋਜ਼ਿਟਿਵ ਸੋਚ ਕੇ ਵੀ ਕਦੀ ਕਿਸੇ ਦੀ ਚਿੰਤਾ ਗਈ ਆ? ਉਹ ਕਹਿੰਦਾ ਆਪਣੀਆਂ ਸਭ ਚਿੰਤਾਵਾਂ ਪ੍ਰਭੂ ਦੇ ਉੱਤੇ ਪਾ ਦਿਓ। ਆਪਣੀਆਂ ਸਾਰੀਆਂ ਚਿੰਤਾਵਾਂ ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਦੇ ਦਿਓ ਕਿਉਂਕਿ ਉਹ ਤੁਹਾਡੀ ਚਿੰਤਾ ਕਰਦਾ ਹੈ। Give all your worries in the hands of the Lord in your prayers. And He will worry for you. ਔਰ ਉਸ ਦੇ ਨਾਲ ਉਹ ਕਹਿੰਦਾ verse 8, ਸਾਵਧਾਨ ਹੋ ਕੇ ਜਾਗਦੇ ਰਹੋ, be alert and sober mind. ਸਾਵਧਾਨ ਹੋ ਕੇ ਜਾਗਦੇ ਰਹੋ ਕਿਉਂਕਿ ਤੁਹਾਡਾ ਵੈਰੀ ਅਰਥਾਤ ਸ਼ੈਤਾਨ ਗਰਜਦੇ ਸ਼ੇਰ ਦੀ ਤਰ੍ਹਾਂ ਇੱਧਰ ਉੱਧਰ ਲੱਭ ਰਿਹਾ ਹੈ ਕਿ ਉਹ ਕਿਸ ਨੂੰ ਪਾੜ ਖਾਏ। Did you see that? ਉਹਨੇ ਕਿਸੇ ਵੀ ਚੀਜ਼ ਦਾ ਲੁਕੋ ਨਹੀਂ ਰੱਖਿਆ। ਉਸਨੇ ਸਾਨੂੰ ਇਹ ਦੱਸ ਦਿੱਤਾ ਕਿ ਸਾਵਧਾਨ ਹੋ ਜਾਓ ਕਿਉਂਕਿ ਤੁਹਾਡਾ ਵੈਰੀ ਸ਼ੈਤਾਨ ਉਹ ਲੱਭ ਰਿਹਾ ਕਿ ਉਹ ਕਿਸ ਨੂੰ ਪਾੜ ਖਾਏ।
ਤੁਸੀਂ ਵਿਸ਼ਵਾਸ ਦੇ ਵਿੱਚ ਅਟਲ ਕਰ ਰਹੋ, ਉਸ ਦਾ ਡਟ ਕੇ ਮੁਕਾਬਲਾ ਕਰੋ, ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਡੇ ਸਾਥੀ ਵਿਸ਼ਵਾਸੀ ਸੰਸਾਰ ਭਰ ਦੇ ਵਿੱਚ ਇਹੋ ਜਿਹੇ ਦੁੱਖ ਸਹਿ ਰਹੇ ਹਨ। ਦੁੱਖ ਦੀ ਜਿਹੜੀ ਸਭ ਤੋਂ ਵੱਡੀ ਮਜਬੂਰੀ ਆ ਔਰ ਜਿਹੜੀ ਦੁੱਖ ਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਕਿ ਜਿਸਲੇ ਦੁੱਖ ਇਨਸਾਨ ਦੇ ਵਿੱਚ ਆਉਂਦਾ ਨਾ, ਉੱਤੇ ਆਉਂਦਾ, ਤੇ ਇਨਸਾਨ ਇਹ ਸੋਚਦਾ ਕਿ ਮੈਂ ਇਕੱਲਾ ਆ ਜਿਹੜਾ ਦੁਖੀ ਆ। ਉਸ ਨੂੰ ਆਲੇ ਦੁਆਲੇ ਸਭ ਕੁਝ ਠੀਕ ਲੱਗਦਾ ਔਰ ਉਹ ਮਹਿਸੂਸ ਕਰਦਾ ਕਿ ਮੈਂ ਇਕੱਲਾ ਆ। ਔਰ ਵੈਰੀ ਨੂੰ ਉਸ ਵੇਲੇ ਮੌਕਾ ਮਿਲਦਾ ਤੁਹਾਨੂੰ ਹੋਰ ਇਕੱਲਿਆਂ, ਮੈਨੂੰ ਹੋਰ ਇਕੱਲਿਆਂ ਕਰਨ ਦੇ ਲਈ। ਉਹ ਮੈਨੂੰ ਹੋਰ ਨੁੱਕਰ ਦੇ ਵੱਲ ਆ ਕੇ ਦੇਖਦਾ। ਉਹ ਫਿਰ ਸ਼ੁਰੂ ਕਰ ਦਿੰਦਾ, ਦੇਖਿਆ ਬਾਕੀਆਂ ਦੀਆਂ ਦੁਆਵਾਂ ਸੁਣ ਹੁੰਦੀਆਂ, ਤੇਰੀ ਤਾਂ ਦੁਆ ਵੀ ਨਹੀਂ ਸੁਣ ਹੁੰਦੀ। ਸਟੈਪ 1, ਬਾਕੀਆਂ ਦੀਆਂ ਦੁਆਵਾਂ ਤਾਂ ਸੁਣ ਹੁੰਦੀਆਂ, ਤੇਰੀ ਤਾਂ ਦੁਆ ਵੀ ਨਹੀਂ ਸੁਣ ਹੁੰਦੀ। ਇਹ ਪਹਿਲਾ ਸਟੈਪ ਆ, ਇਹਨੂੰ ਕਹਿੰਦੇ ਹੈਗੇ ਸੌਫਟ ਸਟੈਪ। ਬਾਕੀਆਂ ਨੂੰ ਦਿਖਾ ਕੇ, ਚੰਗੇ ਚੰਗਾ ਬਾਕੀਆਂ ਨੂੰ ਦਿਖਾ ਕੇ, ਖੁਸ਼ ਦਿਖਾ ਕੇ ਉਹਨੇ ਇਹ ਚੀਜ਼ ਕਹਿਣੀ ਆ। ਦੂਸਰੀ ਚੀਜ਼ ਫਿਰ ਉਹਨੇ ਉਸ ਤੋਂ ਬਾਅਦ ਕਹਿਣੀ ਆ, ਕੀ ਤੂੰ ਸਹੀ ਜਗ੍ਹਾ ਤੇ ਦੁਆ ਕਰਦਾ ਪਿਆ? ਕੁਛ ਹੋਰ ਟਰਾਈ ਕਰਕੇ ਦੇਖ। ਜਿਸਲੇ ਤੁਹਾਡੇ ਮਨ ਦੇ ਵਿੱਚ ਇਹ ਔਰ ਮੇਰੇ ਮਨ ਦੇ ਵਿੱਚ ਇਹ ਵਿਚਾਰ ਆ ਗਿਆ, ਫਿਰ ਮੈਂ ਇਕੱਲਾ ਪੈ ਗਿਆ ਔਰ ਫਿਰ ਸ਼ੈਤਾਨ ਨੂੰ ਮੌਕਾ ਮਿਲ ਗਿਆ, ਉਹਦਾ ਪਾੜ ਖਾਣ ਦਾ ਮੌਕਾ ਹੁੰਦਾ। ਫਿਰ ਦੂਜੇ ਪਾਸੇ ਦੀ ਆ ਕੇ ਇੱਧਰੋਂ ਆ ਕੇ ਪਾੜ ਕੇ ਖਾਂਦਾ, ਕੱਲਾ ਕਰਕੇ ਮਾਰਦਾ। ਉਹ ਕੱਲਾ ਕਰਕੇ ਮਾਰਦਾ। ਉਹ ਇਸ ਕਰਕੇ ਕਹਿੰਦਾ ਕਿ ਆਪਣੇ ਜਿਹੜੇ ਤੁਹਾਡੇ ਸਾਥੀ ਮਸੀਹੀ ਆ, ਉਹਨਾਂ ਤੋਂ ਦੂਰ ਨਾ ਰਹੋ, ਉਹਨਾਂ ਤੋਂ ਦੂਰ ਨਾ ਰਹੋ। ਤੁਸੀਂ ਜਿਹੜੇ ਚੰਦ ਭੈਣ ਭਰਾ ਇੱਥੇ ਬੈਠੇ ਆ, ਇੱਕ ਦੂਜੇ ਦੀ ਜ਼ਿੰਦਗੀ ਦੇ ਵਿੱਚ ਬਣ ਕੇ ਰਹੋ। ਤੁਹਾਡੇ ਵਿੱਚੋਂ ਇੱਕ ਵੀ ਪਰਫੈਕਟ ਨਹੀਂ। ਸਾਡੇ ਵਿੱਚੋਂ ਅਸੀਂ ਜਿਹੜੇ ਇੱਥੇ ਬੈਠੇ ਆ, ਇੱਕ ਵੀ ਪਰਫੈਕਟ ਨਹੀਂ। ਕਾਰਨ ਇਹ ਆ ਕਿ ਜਦੋਂ ਪ੍ਰਭੂ ਯਿਸੂ ਮਸੀਹ ਆਇਆ, ਉਹ ਪਰਫੈਕਟ ਲੋਕਾਂ ਦੇ ਕੋਲ ਨਹੀਂ ਆਇਆ। ਬੜਾ ਤੁਹਾਨੂੰ ਸੁਣ ਕੇ ਇਸ ਚੀਜ਼ ਦਾ ਦੁੱਖ ਲੱਗੇਗਾ। ਉਹ ਪਾਪੀਆਂ ਦੇ ਕੋਲ ਆਇਆ। ਉਹ ਪਾਪੀਆਂ ਦੇ ਵਿੱਚ ਬੈਠਿਆ ਉੱਠਿਆ। ਪ੍ਰਭੂ ਯਿਸੂ ਮਸੀਹ ਦੇ ਉੱਥੋਂ ਉੱਠ ਕੇ ਜਾਣ ਦੀ ਦੇਰ ਹੁੰਦੀ ਸੀ, ਉਹ ਸਾਰੇ ਇੱਕ ਦੂਜੇ ਨਾਲ ਲੜਦੇ ਹੁੰਦੇ ਸੀ। ਜਿੰਨੀ ਦੇਰ 'ਚ ਉਹ ਵਾਪਸ ਆਉਂਦਾ ਸੀ, ਫਿਰ ਆ ਕੇ ਉਹਨਾਂ ਦਾ ਫੈਸਲਾ ਕਰਾ ਕੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਰੋਟੀ ਖਾਣ ਨੂੰ ਮਿਲਦੀ ਸੀ। ਇੱਦਾਂ ਦਿਆਂ ਲੋਕਾਂ ਦੇ ਵਿੱਚ ਪ੍ਰਭੂ ਯਿਸੂ ਨੇ ਕੰਮ ਕੀਤਾ ਔਰ ਹੋਲਡ ਐਂਡ ਬਿਹੋਲਡ ਅਸੀਂ ਵੀ ਉੱਦਾਂ ਦੇ ਹੀ ਲੋਕ ਹਾਂ। ਯੂ ਕੈਨ ਚੂਜ਼ ਯੋਰ ਫਰੈਂਡਸ ਬਟ ਯੂ ਕੈਨੋਟ ਚੂਜ਼ ਯੋਰ ਫੈਮਿਲੀ। ਸਹੀ ਹੈ ਨਾ? ਅਸੀਂ ਆਪਣੇ ਮਿੱਤਰ ਤਾਂ ਚੁਣ ਸਕਦੇ ਹਾਂ, ਪਰ ਆਪਣਾ ਪਰਿਵਾਰ ਨਹੀਂ ਚੁਣ ਸਕਦੇ। ਪਰਿਵਾਰ ਤਾਂ ਜਿਹਦੇ 'ਚ ਪੈਦਾ ਹੋਏ ਆ, ਬਸ ਉਹੀ ਮਿਲਣਾ। ਔਰ ਪ੍ਰਭੂ ਯਿਸੂ ਮਸੀਹ 'ਚ ਤੁਸੀਂ ਸਾਰੇ ਪੈਦਾ ਹੋਏ ਆ। ਪ੍ਰਭੂ ਯਿਸੂ ਮਸੀਹ 'ਚ ਅਸੀਂ ਸਾਰੇ ਪੈਦਾ ਹੋਏ ਆ। ਆਹ ਸਾਡਾ ਪਰਿਵਾਰ ਆ। ਇੱਕ ਦੂਜੇ 'ਚ ਬਣ ਕੇ ਰਹੋ। ਜੇ ਇੱਕ ਭਰਾ ਇੱਕ ਦੁੱਖ ਦੇ ਵਿੱਚ ਦੀ ਗੁਜ਼ਰਦਾ ਪਿਆ, ਤਾਂ ਦੂਜੀ ਭੈਣ ਦੂਜੇ ਦੁੱਖ ਦੇ ਵਿੱਚ ਦੀ ਗੁਜ਼ਰਦੀ ਪਈ ਆ। ਜਿੰਨਾ ਵੈਰੀ ਤੇਰੇ ਪਿੱਛੇ, ਓਨਾ ਹੀ ਵੈਰੀ ਤੇਰੇ ਪਿੱਛੇ ਲੱਗਾ ਆ। ਇਕੱਲੇ ਨਾ ਪੈਣ ਦਿਓ ਔਰ ਇਕੱਲੇ ਨਾ ਪਾਓ। ਜੇ ਇਕੱਲੇ ਤੁਸੀਂ ਕਿਸੇ ਨੂੰ ਦੇਖਦੇ ਕੋਈ ਇਕੱਲਾ ਪੈ ਗਿਆ, ਫੋਲੋ ਅਪ ਦੈਟ ਪਰਸਨ, ਉਹਦੇ ਨਾਲ ਗੱਲਬਾਤ ਕਰੋ। ਜੇ ਤੁਸੀਂ ਇਹ ਦੇਖਦੇ ਕਿ ਮੈਂ ਆਪ ਇਕੱਲਾ ਪੈ ਗਿਆ, ਇਸੇ ਦੋ ਪਾਸਿਓਂ ਇਹ ਚੱਲਦਾ। ਜੇ ਮੈਂ ਇਕੱਲਾ ਪੈ ਗਈ ਹਾਂ ਜਾਂ ਮੈਂ ਇਕੱਲਾ ਪੈ ਗਿਆ, ਤਾਂ ਕਿਸੇ ਨਾ ਕਿਸੇ ਨੂੰ ਲੱਭੋ, ਕਿਸੇ ਨਾ ਕਿਸੇ ਨੂੰ ਲੱਭੋ ਔਰ ਉਸ ਦੇ ਨਾਲ ਬੈਠੋ, ਵਚਨ ਪੜ੍ਹੋ, ਆਪਣੇ ਆਪ ਨੂੰ ਵਚਨ ਦੇ ਵਿੱਚ ਮਜ਼ਬੂਤ ਕਰੋ। ਕਿਉਂਕਿ ਵਚਨ ਇਹ ਕਹਿੰਦਾ ਕਿ ਪਰਮੇਸ਼ਵਰ, 10ਵੀਂ ਆਇਤ, ਪਰਮੇਸ਼ਵਰ ਜੋ ਸਭ ਕਿਰਪਾ ਦਾ ਸੋਮਾ ਹੈ, ਜਿਸ ਨੇ ਤੁਹਾਨੂੰ ਮਸੀਹ ਦੀ ਸੰਗਤ ਦੁਆਰਾ ਆਪਣੀ ਅਨੰਤ ਮਹਿਮਾ ਦੇ ਲਈ ਸੱਦਿਆ ਹੈ, ਉਹ ਤੁਹਾਡੇ ਕੁਝ ਸਮੇਂ ਦੁੱਖ ਸਹਿਣ ਦੇ ਪਿੱਛੋਂ ਫਿਰ ਤੁਹਾਨੂੰ ਦੁਬਾਰਾ ਤੋਂ ਖੜਾ ਕਰੇਗਾ ਔਰ ਤੁਹਾਨੂੰ ਅਟਲ ਸ਼ਕਤੀਸ਼ਾਲੀ, ਨਾ ਹਿੱਲਣ ਵਾਲੀ ਨੀਂਹ ਤੇ ਖੜਿਆ ਕਰੇਗਾ। ਉਸ ਦਾ ਪ੍ਰਤਾਪ ਅਨੰਤ ਕਾਲ ਤੱਕ ਰਹੇ। ਆਮੀਨ।
ਜਿਸ ਵੇਲੇ ਉਸ ਇਕੱਲੇਪਨ ਤੋਂ ਤੁਸੀਂ ਆਪਣੇ ਆਪ ਨੂੰ ਦੂਰ ਕਰੋਗੇ, ਜਾਂ ਤੁਸੀਂ ਕਿਸੇ ਦਾ ਇਕੱਲਾਪਨ ਜਾ ਕੇ ਦੂਰ ਕਰੋਗੇ ਔਰ ਤੁਸੀਂ ਵਚਨ ਦੇ ਵਿੱਚ ਇਕੱਠੇ ਬੈਠੋਗੇ, ਵਚਨ ਦੇ ਵਿੱਚ ਇਕੱਠੇ ਪੜ੍ਹੋਗੇ, ਤਾਂ ਪਰਮੇਸ਼ਰ ਦਾ ਪ੍ਰਤਾਪ ਉੱਥੇ ਉਤਰੇਗਾ। You will see the glory of the Lord coming down. You will feel the glory of the Lord coming down. ਔਰ ਕਿਸ ਤਰ੍ਹਾਂ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡਾ ਧਿਆਨ ਤੁਹਾਡੇ ਦੁੱਖਾਂ ਦੇ ਵੱਲੋਂ ਦੂਰ ਜਾ ਰਿਹਾ ਔਰ ਤੁਹਾਡਾ ਧਿਆਨ ਪ੍ਰਭੂ ਦੇ ਵੱਲ ਵੱਧਦਾ ਪਿਆ। ਅਸੀਂ ਆਪਣੇ ਜਿਸਮਾਨੀ ਰਿਸ਼ਤਿਆਂ ਦੇ ਵਿੱਚ ਇਹ ਚੀਜ਼ ਜਾਣਦੇ ਹਾਂ ਕਿ ਜਿਸ ਵੇਲੇ ਦੋ ਜਿਸਮ, ਦੋ ਇਨਸਾਨ ਆਪਸ ਦੇ ਵਿੱਚ ਇਕੱਠੇ ਹੁੰਦੇ ਆ ਤੇ ਬਹੁਤ ਸਾਰੀਆਂ ਚੀਜ਼ਾਂ ਵਿੱਚੋਂ ਦੂਰ ਹੋਣ ਲੱਗ ਪੈਂਦੀਆਂ ਔਰ ਉਹ ਦੋ ਇਨਸਾਨ ਇੱਕ ਦੂਜੇ ਦੇ ਕਲੋਜ਼ ਆਉਣ ਲੱਗ ਪੈਂਦੇ ਆ। ਇਸੇ ਤਰ੍ਹਾਂ ਉਹ ਜਿਹੜੀ ਬਹੁਤੀਆਂ ਚੀਜ਼ਾਂ ਇਸ ਦੁਨੀਆ ਦੀਆਂ ਹੁੰਦੀਆਂ, ਦੁਨਿਆਵੀ ਚੀਜ਼ਾਂ ਬਾਹਰ ਜਾਣ ਲੱਗ ਪੈਂਦੀਆਂ। ਜਿਸ ਲਈ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਇਕੱਠੇ ਹੋ ਕੇ ਬੈਠਦੇ ਹਾਂ ਤੇ ਪਰਮੇਸ਼ਵਰ ਦੀ ਸੰਗਤ ਦੇ ਵਿੱਚ ਜਿਸ ਲਈ ਇਕੱਠੇ ਹੋਣ ਲੱਗਦੇ ਹਾਂ ਤੇ ਪਰਮੇਸ਼ਵਰ ਦਾ ਪ੍ਰਤਾਪ, ਪਰਮੇਸ਼ਵਰ ਦੀ ਮਹਿਮਾ, ਉਸ ਦੀ ਕਿਰਪਾ, ਉਸ ਦੀ ਹਜ਼ੂਰੀ ਦੇ ਨਾਲ ਅਸੀਂ ਭਰਨਾ ਸ਼ੁਰੂ ਹੋ ਜਾਂਦੇ ਹਾਂ। ਔਰ ਪਰਮੇਸ਼ਵਰ ਉਹ ਸਾਰੇ ਜਿਹੜੀਆਂ ਚੀਜ਼ਾਂ ਦੇ ਲਈ ਸਾਨੂੰ ਕਿਹਾ ਗਿਆ, ਉਹ ਸਾਡੀਆਂ ਮਨ ਦੀਆਂ ਸਥਿਤੀਆਂ, ਸਾਡੀਆਂ ਮਨੋਸਥਿਤੀਆਂ ਔਰ ਸਾਡੇ ਸਾਰੀਆਂ ਚਿੰਤਾਵਾਂ ਨੂੰ ਪ੍ਰਭੂ ਆਪਣੇ ਅੰਦਰ ਸੋਖ ਕਰ ਰਿਹਾ ਹੁੰਦਾ। ਉਹਨਾਂ ਨੂੰ ਆਪਣੇ ਅੰਦਰ ਸਪੰਜ ਦੇ ਵਾਂਗ ਲੈ ਰਿਹਾ ਹੁੰਦਾ। ਸਾਡੀਆਂ ਚਿੰਤਾਵਾਂ ਨੂੰ ਉਹ ਚੁੱਕ ਰਿਹਾ ਹੁੰਦਾ ਔਰ ਲੈ ਕੇ ਜਾ ਰਿਹਾ ਹੁੰਦਾ। ਔਰ ਅਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਸ਼ਬਦ ਦੀ ਮਜ਼ਬੂਤ ਨੀਂਹ 'ਤੇ ਖੜਾ ਪਾਉਂਦੇ ਹਾਂ, ਇੱਕ ਸਟਰੋਂਗ ਫਾਊਂਡੇਸ਼ਨ 'ਤੇ ਆਪਣੇ ਆਪ ਨੂੰ ਖੜਾ ਪਾਉਂਦੇ ਹਾਂ ਔਰ ਮਹਿਸੂਸ ਕਰਦੇ ਹਾਂ ਕਿ ਈਵਨ ਦੋ ਕਿ ਮੈਂ ਚਿੰਤਾ ਦੇ ਵਿੱਚ ਬੈਠਾ, ਮੈਂ ਦੁੱਖ ਦੇ ਵਿੱਚ ਬੈਠਾ, ਮੈਂ ਇਕੱਲਾ ਨਹੀਂ, ਮੈਂ ਇਕੱਲੀ ਨਹੀਂ, ਮੇਰਾ ਪ੍ਰਭੂ ਮੇਰੇ ਨਾਲ ਆ, ਮੇਰਾ ਮਾਲਕ ਮੇਰੇ ਨਾਲ ਆ, ਮੇਰਾ ਬਚਾਉਣ ਵਾਲਾ ਮੇਰੇ ਨਾਲ ਆ, ਮੇਰਾ ਰਿਡੀਮਰ ਮੇਰੇ ਨਾਲ। ਔਰ ਪ੍ਰਭੂ ਦੇ ਵਚਨ ਦੇ ਵਿੱਚ ਉਸਨੇ ਸਾਨੂੰ ਕੁਛ ਇੱਕ ਚੀਜ਼ਾਂ ਕਰਨ ਦੇ ਲਈ ਕਹੀਆਂ ਇਸ ਸਮੇਂ ਦੇ ਵਿੱਚ ਕਿ ਅਸੀਂ ਕੀ ਕਰੀਏ, ਅਸੀਂ ਕੀ ਕਰੀਏ, ਕਿਸ ਤਰ੍ਹਾਂ ਆਪਣੇ ਆਪ ਨੂੰ ਪਵਿੱਤਰ ਆਤਮਾ ਦੀ ਪ੍ਰੋਟੈਕਸ਼ਨ ਜਿਹੜੀ ਸਾਨੂੰ ਦਿੱਤੀ ਗਈ ਉਸ ਨੂੰ ਓੜੀਏ ਕਿ ਅਸੀਂ ਸ਼ੈਤਾਨ ਦੀਆਂ ਖਤਰਨਾਕ ਚਾਲਾਂ ਤੋਂ ਬਚ ਸਕੀਏ, ਅਸੀਂ ਇਸ ਵੈਰੀ ਦੀਆਂ ਚਾਲਾਂ ਤੋਂ ਬਚ ਸਕੀਏ, ਅਸੀਂ ਕਿਸ ਤਰ੍ਹਾਂ ਇਸ ਪਾੜ ਖਾਣ ਵਾਲੇ ਤੋਂ ਬਚ ਸਕਦੇ ਹਾਂ। ਪ੍ਰਭੂ ਦੇ ਵਚਨ ਦੇ ਵਿੱਚ ਜਿਸ ਲਈ ਅਸੀਂ ਅਫਸੀਆਂ ਦੀ ਪੋਥੀ ਦੇ ਵਿੱਚ ਜਾਂਦੇ, ਉਸ ਦੇ 6ਵੇਂ ਭਾਵ ਦੇ ਵਿੱਚ ਜਾਂਦੇ, ਤਾਂ ਵਚਨ ਦੇ ਵਿੱਚ ਇਸ ਤਰ੍ਹਾਂ ਲਿਖਿਆ, ਅੰਤ ਦੇ ਵਿੱਚ ਮੇਰਾ ਇਹ ਕਹਿਣਾ ਹੈ ਕਿ ਪ੍ਰਭੂ ਤੋਂ ਆਪਣਾ ਬਲ ਪ੍ਰਾਪਤ ਕਰੋ। ਪ੍ਰਭੂ ਤੋਂ ਆਪਣਾ ਬਲ ਪ੍ਰਾਪਤ ਕਰੋ, ਉਸ ਦੀ ਸ਼ਕਤੀ ਨੂੰ ਸਵੀਕਾਰ ਕਰੋ, ਚਿੰਤਾਵਾਂ ਪ੍ਰਭੂ ਨੂੰ ਦੇ ਦਿਓ, ਆਪਣੀਆਂ ਚਿੰਤਾਵਾਂ ਪ੍ਰਭੂ ਨੂੰ ਦੇ ਕੇ ਉਸ ਤੋਂ ਬਾਅਦ ਕਹੋ ਕਿ ਪ੍ਰਭੂ ਜੀ ਹੁਣ ਤੂੰ ਮੈਨੂੰ ਆਪਣੀ ਸ਼ਕਤੀ ਔਰ ਆਪਣਾ ਬਲ ਦੇ। ਆਫਟਰ ਗਿਵਿੰਗ all of your worries to the Lord, ask the Lord to give me your power and give me your strength, O Lord. ਆਪਣੀਆਂ ਅੰਤ ਵਿੱਚ ਮੇਰਾ ਇਹ ਕਹਿਣਾ ਹੈ ਕਿ ਆਪਣਾ ਬਲ ਪ੍ਰਭੂ ਤੋਂ ਪ੍ਰਾਪਤ ਕਰੋ ਔਰ ਉਸ ਦੀ ਸ਼ਕਤੀ ਨੂੰ ਸਵੀਕਾਰ ਕਰੋ। ਪਰਮੇਸ਼ਵਰ ਦੇ ਸਭ ਹਥਿਆਰਾਂ ਨੂੰ ਆਪਣੇ ਉੱਤੇ ਧਾਰ ਲਵੋ ਕਿ ਤੁਸੀਂ ਸ਼ੈਤਾਨ ਦੀਆਂ ਖਤਰਨਾਕ ਚਾਲਾਂ ਦਾ ਮੁਕਾਬਲਾ ਕਰ ਸਕੋ। ਸਾਡਾ ਯੁੱਧ ਮਨੁੱਖੀ ਸ਼ਕਤੀਆਂ ਦੇ ਨਾਲ ਨਹੀਂ ਹੈ, ਸਗੋਂ ਇਸ ਹਨੇਰੇ ਦੀਆਂ ਸ਼ਕਤੀਆਂ ਅਤੇ ਆਕਾਸ਼ੀ ਭੈੜੀਆਂ ਆਤਮਕ ਸ਼ਕਤੀਆਂ ਦੇ ਵਿਰੁੱਧ ਹੈ। ਇਸੇ ਲਈ ਪਰਮੇਸ਼ਰ ਦੇ ਹਥਿਆਰ ਇਸੇ ਘੜੀ ਲਾਓ ਕਿ ਭੈੜੇ ਦਿਨ ਆਉਣ 'ਤੇ ਤੁਸੀਂ ਉਹਨਾਂ ਦਾ ਮੁਕਾਬਲਾ ਕਰ ਸਕੋ। ਇਸ ਤਰ੍ਹਾਂ ਤੁਸੀਂ ਪੂਰਾ ਟਾਕਰਾ ਹੋਣ 'ਤੇ ਵੀ ਜੇਤੂ ਠਹਿਰੋਗੇ, ਜੇਤੂ ਠਹਿਰੋਗੇ। ਸਾਨੂੰ 5 ਕੱਕੇ ਨਹੀਂ ਦਿੱਤੇ ਗਏ, ਸਾਨੂੰ 7 ਦਿੱਤੇ ਗਏ ਆ ਔਰ ਵਚਨ ਦੇ ਵਿੱਚੋਂ ਦਿੱਤੇ ਗਏ ਆ। ਅਸੀਂ ਵਚਨ ਦੇ ਬਾਹਰੋਂ ਨਹੀਂ ਲੱਭੇ,
ਇਹ 7 ਕੱਕੇ ਆਪਣੇ ਆਪ ਤੇ ਹਮੇਸ਼ਾ ਪਾ ਕੇ ਰੱਖੋ। ਔਰ ਇਹ ਸੱਤੇ ਹੀ ਪਰਮੇਸ਼ਵਰ ਦੀ ਪਵਿੱਤਰ ਆਤਮਾ ਦੇ ਆ। ਇਹਨਾਂ ਨੂੰ ਆਪਣੇ ਆਪ ਤੇ ਓੜ ਕੇ ਰੱਖੋ। ਔਰ ਵਚਨ ਦੇ ਵਿੱਚ ਲਿਖਿਆ, ਇਸੇ ਲਈ ਸਾਵਧਾਨ ਰਹੋ ਔਰ 7 ਦਾ ਕਮਰਬੰਦ, ਧਾਰਮਿਕਤਾ ਦਾ ਕਵਚ, ਸੰਜੋਆ ਜਿਹੜਾ ਉਹਨਾਂ ਨੇ ਪਾਇਆ ਹੁੰਦਾ, ਕਵਚ ਜਿਹੜਾ ਪਾਇਆ ਹੁੰਦਾ, ਧਾਰਮਿਕਤਾ ਦਾ ਕਵਚ ਪਹਿਨ ਲਓ। ਪੈਰੀਂ ਸ਼ਾਂਤੀ ਦੇ ਸ਼ੁਭ ਸਮਾਚਾਰ ਸੁਣਾਉਣ ਦੀ ਜੁੱਤੀ, ਪੈਰਾਂ ਦੇ ਵਿੱਚ ਪ੍ਰਭੂ ਦੀ ਕਰਤੂਤ ਨੂੰ ਪਹਿਨ ਲਓ। ਜਿਸ ਕੰਮ ਦੇ ਲਈ ਤੁਹਾਨੂੰ ਸੱਦਿਆ ਉਸਨੇ, ਪੈਰਾਂ ਦੇ ਵਿੱਚ ਉਸ ਦਾ ਕੰਮ ਪਹਿਨ ਕੇ ਰੱਖੋ। ਪੈਰਾਂ ਦੇ ਵਿੱਚ ਸ਼ੁਭ ਸਮਾਚਾਰ ਸੁਣਾਉਣ ਦੀ ਜੁੱਤੀ ਅਤੇ ਵਿਸ਼ਵਾਸ ਦੀ ਢਾਲ ਨੂੰ, ਜਿਹੜੀ ਵਿਸ਼ਵਾਸ ਦੀ ਢਾਲ ਪ੍ਰਭੂ ਨੇ ਸਾਨੂੰ ਦਿੱਤੀ ਆ, ਵਿਸ਼ਵਾਸ ਦੀ ਢਾਲ ਨੂੰ, ਜਿਸ ਨੂੰ ਉਹ ਕਿਰਪਾ ਦੀ ਭਰੀ ਹੋਈ ਉਸ ਢਾਲ ਨੂੰ ਆਪਣੇ ਉੱਤੇ ਪਾ ਕੇ ਰੱਖੋ। ਵਚਨ ਦੇ ਵਿੱਚ ਉਸ ਨੂੰ ਕਹਿੰਦਾ ਕਿ ਵਿਸ਼ਵਾਸ ਦੀ ਢਾਲ ਨੂੰ ਹਰ ਸਮੇਂ ਪਹਿਨੀ ਰੱਖੋ। ਇਸ ਤਰ੍ਹਾਂ ਤੁਸੀਂ ਸ਼ੈਤਾਨ ਦੇ ਅਗਨੀ ਬਾਣਾਂ ਨੂੰ ਬੁਝਾ ਸਕੋਗੇ। ਇਸੇ ਤਰ੍ਹਾਂ ਮੁਕਤੀ ਦੇ ਦਾਨ ਨੂੰ ਆਪਣਾ ਲੋਹ ਟੋਪ ਤੇ ਆਤਮਾ ਦੀ ਤਲਵਾਰ ਦੇ ਰੂਪ ਦੇ ਵਿੱਚ, ਉਹ ਆਤਮਾ ਜੋ ਪਰਮੇਸ਼ਰ ਦਾ ਵਚਨ ਹੈ, ਉਸ ਨੂੰ ਲੈ ਲਓ। ਇਸੇ ਤਰ੍ਹਾਂ ਉਹ ਕਹਿੰਦਾ ਕਿ ਜਿਹੜਾ ਮੁਕਤੀ ਦੇ ਦਾਨ ਦਾ ਜਿਹੜਾ ਸਾਨੂੰ ਕੁੰਡਲ ਦਿੱਤਾ ਗਿਆ, ਕਵਚ ਇੱਥੇ ਪਹਿਨਿਆ ਜਾਂਦਾ, ਕੁੰਡਲ ਸਿਰ ਤੇ ਪਹਿਨਿਆ ਜਾਂਦਾ। ਕਵਚ ਔਰ ਕੁੰਡਲ, ਤੁਹਾਡੇ ਵਿੱਚੋਂ ਜਿਨ੍ਹਾਂ ਨੇ ਮਹਾਭਾਰਤ ਦੇਖਿਆ ਹੋਣਾ ਉਹਨਾਂ ਨੂੰ ਪਤਾ ਹੋਣਾ, ਇਹ 2 ਸ਼ਬਦ ਬੜੇ ਵਰਤੇ ਜਾਂਦੇ, ਕਵਚ ਔਰ ਕੁੰਡਲ। ਜਿਹੜਾ ਸਿਰ ਦੇ ਉੱਤੇ ਪਾਇਆ ਉਸ ਨੂੰ ਕੁੰਡਲ ਕਿਹਾ ਜਾਂਦਾ, ਔਰ ਉਹ ਹੈ ਮੁਕਤੀ ਦਾ। ਹਮੇਸ਼ਾ ਆਪਣੀ ਮੁਕਤੀ ਨੂੰ ਯਾਦ ਰੱਖੋ। ਕਦੀ ਇਸ ਚੀਜ਼ ਨੂੰ ਨਾ ਭੁੱਲੋ ਕਿ ਪ੍ਰਭੂ ਨੇ ਸਾਨੂੰ ਇਸ ਧਰਤੀ ਤੇ ਬਹੁਤ ਚੀਜ਼ਾਂ ਤੋਂ ਮੁਕਤ ਕਰ ਦਿੱਤਾ। ਬਹੁਤ ਸਾਰੇ ਐਸੇ ਫਜ਼ੂਲ ਕਿਸਮ ਦੇ ਵਿਸ਼ਵਾਸਾਂ ਤੋਂ ਉਸਨੇ ਸਾਨੂੰ ਮੁਕਤ ਕਰ ਦਿੱਤਾ। ਬਹੁਤ ਸਾਰੇ ਫਜ਼ੂਲ ਕਿਸਮ ਦੇ ਵਿਚਾਰਾਂ ਤੋਂ ਉਸਨੇ ਸਾਨੂੰ ਮੁਕਤ ਕੀਤਾ। ਉਸ ਮੁਕਤੀ ਨੂੰ ਆਪਣੇ ਸਿਰ ਦੇ ਉੱਤੇ ਪਹਿਨ ਕੇ ਰੱਖੋ। ਇਸ ਸਭ ਦੇ ਨਾਲ ਹੀ ਆਪਣੇ ਮੂੰਹ ਦੇ ਵਿੱਚ ਆਤਮਾ ਦੀ ਕੁਰਲਾਹਟ, ਜਿੱਦਾਂ ਸਾਡੀ ਭੈਣ ਨੇ 130ਵਾਂ ਜ਼ਬੂਰ ਪੜ੍ਹਿਆ ਸੀਗਾ ਕਿ ਇਨ ਦਾ ਡੈਪਥ ਆਈ ਕ੍ਰਾਈ ਟੂ ਯੂ ਓ ਲੋਰਡ, ਮੈਂ ਇਸ ਡੂੰਘੀ ਜਗ੍ਹਾ ਤੇ ਬੈਠ ਕੇ ਤੇਰੇ ਨਾਮ ਦੇ ਵਿੱਚ ਮੈਂ ਕੁਰਲਾਹਟ ਦਿੰਦਾ ਪਿਆ, ਪਰਮੇਸ਼ਵਰ ਮੇਰੀ ਦੁਆ ਨੂੰ ਸੁਣ। ਆਪਣੇ ਮੂੰਹ ਦੇ ਵਿੱਚ ਕੁਰਲਾਹਟ ਨੂੰ ਰੱਖੋ। ਉਹਨਾਂ ਭੈਣ ਭਰਾਵਾਂ ਦੇ ਲਈ ਜਿਹੜੇ ਭੈਣ ਭਰਾਵਾਂ ਨੂੰ ਦੁਆ ਦੀ ਜ਼ਰੂਰਤ ਆ। ਇੱਥੇ ਬੈਠਿਆਂ ਤੁਹਾਨੂੰ ਯਾਦ, ਤੁਸੀਂ ਦੇਖਿਆ, ਤੁਹਾਡੀ ਆਤਮਾ ਨੇ ਦੇਖਿਆ ਕਿ ਕਿਹੜੇ ਕਿਹੜੇ ਭੈਣ ਭਰਾ ਨੂੰ ਦੁਆ ਦੀ ਜ਼ਰੂਰਤ ਆ। ਤੁਹਾਡੇ ਕੰਨਾਂ ਨੇ ਸੁਣਿਆ, ਉਹਨਾਂ ਦੀਆਂ ਚਿਹਰਿਆਂ ਨੂੰ ਯਾਦ ਰੱਖੋ, ਉਹਨਾਂ ਦੇ ਲਈ ਕੁਰਲਾਹਟ ਕਰੋ ਪ੍ਰਭੂ ਦੇ ਅੱਗੇ। ਔਰ ਪ੍ਰਭੂ ਦੇ ਵਿੱਚ ਕਹਿੰਦਾ ਮੇਰੇ ਲਈ ਵੀ ਪ੍ਰਾਰਥਨਾ ਕਰੋ ਕਿ ਬੋਲਦੇ ਸਮੇਂ ਪਰਮੇਸ਼ਰ ਮੈਨੂੰ ਇਹੋ ਜਿਹੇ ਸ਼ਬਦ ਦੇ ਜਿਨ੍ਹਾਂ ਦੇ ਰਾਹੀਂ ਮੈਂ ਦਲੇਰੀ ਦੇ ਨਾਲ ਸ਼ੁਭ ਸਮਾਚਾਰ ਦੇ ਗੁਪਤ ਭੇਤਾਂ ਨੂੰ ਲੋਕਾਂ ਤੇ ਪ੍ਰਗਟ ਕਰ ਸਕਾਂ, ਕਿਉਂਕਿ ਇਸੇ ਦਾ ਮੈਂ ਰਾਜਦੂਤ ਹਾਂ। ਬੇਸ਼ੱਕ ਮੈਂ ਇਸ ਵੇਲੇ ਕੈਦੀ ਹਾਂ, ਪ੍ਰਾਰਥਨਾ ਕਰੋ ਕਿ ਦਲੇਰੀ ਦੇ ਨਾਲ ਮੈਂ ਇਸ ਨੂੰ ਪ੍ਰਗਟ ਕਰਾਂ ਜਿਸ ਤਰ੍ਹਾਂ ਕਿ ਮੈਨੂੰ ਕਰਨਾ ਚਾਹੀਦਾ ਹੈ। ਭਾਈ ਇਸ ਪੁਲਪਟ ਦੇ ਲਈ ਹਮੇਸ਼ਾ ਦੁਆ ਕਰਦੇ ਰਹੋ। ਸਮਾਂ ਐਸਾ ਆ ਗਿਆ ਕਿ ਇਹ ਹੁਣ ਪੁਲਪਟ ਕੈਦੀ ਹੋ ਚੁੱਕੀ ਆ ਬਹੁਤੀਆਂ ਚੀਜ਼ਾਂ ਦੀ। ਪ੍ਰਭੂ ਦੇ ਵਚਨ ਦਾ ਪ੍ਰਚਾਰ ਨਹੀਂ ਇਹਨਾਂ ਪੁਲਪਟਾਂ ਤੋਂ ਹੋ ਰਿਹਾ। ਸਾਰੀ ਦੁਨੀਆ ਦੀ ਸਾਈਕੋਲੋਜੀ ਸਿਖਾਈ ਜਾ ਰਹੀ ਆ, ਜਿਸ ਦਾ ਹਾਲੇ ਤੱਕ ਤਾਂ ਕੋਈ ਫਾਇਦਾ ਨਹੀਂ ਹੋਇਆ ਔਰ ਹੋਏਗਾ ਵੀ ਨਹੀਂ। ਬਹੁਤ ਸਾਰੀਆਂ ਇਨਸਾਨੀ ਚੀਜ਼ਾਂ ਇੱਥੋਂ ਸਿਖਾਈਆਂ ਜਾ ਰਹੀਆਂ। ਇਹ ਕੈਦੀ ਹੋ ਚੁੱਕੀ ਹੈ ਉਹਨਾਂ ਦੀ। ਇਸ ਪੁਲਪਟ ਦੇ ਲਈ ਦੁਆ ਕਰਦੇ ਰਹੋ ਕਿ ਪ੍ਰਭੂ ਜੀ ਜਿੱਥੇ ਜਿੱਥੇ ਵੀ ਤੂੰ ਇਹ ਪੁਲਪਟ ਰੱਖੀ ਆ ਉੱਥੇ ਸ਼ੁਭ ਸਮਾਚਾਰ ਦਾ ਪ੍ਰਚਾਰ ਹੋਵੇ, ਆਜ਼ਾਦੀ ਦਾ, ਪ੍ਰਭੂ ਦੀ ਆਜ਼ਾਦੀ ਦਾ ਪ੍ਰਚਾਰ ਹੋਵੇ, ਪ੍ਰਭੂ ਯਸੂ ਦਾ ਪ੍ਰਚਾਰ ਹੋਵੇ, ਕਿਉਂਕਿ ਪ੍ਰਭੂ ਯਸੂ ਦਾ ਪ੍ਰਚਾਰ ਇੱਥੋਂ ਹੋਣਾ ਜ਼ਰੂਰੀ ਆ।
ਮੇਰੇ ਪਿਆਰੇ ਭੈਣੋ ਤੇ ਭਰਾਓ, ਜਿਸ ਵੇਲੇ ਅਸੀਂ ਪ੍ਰਭੂ ਦਾ ਇਹ ਵਚਨ ਦੇਖਦੇ ਹਾਂ, ਜਿਸ ਵੇਲੇ ਪ੍ਰਭੂ ਦੇ ਇਹਨਾਂ ਵਚਨਾਂ ਨੂੰ ਦੇਖਦੇ ਹਾਂ, ਤੇ ਇਹਨਾਂ ਚੀਜ਼ਾਂ ਨੂੰ ਹਮੇਸ਼ਾ ਯਾਦ ਰੱਖੋ ਕਿ ਤੁਹਾਨੂੰ ਪਰਮੇਸ਼ਵਰ ਨੇ ਸਾਜਿਆ ਆ। ਤੁਹਾਨੂੰ ਪਰਮੇਸ਼ਵਰ ਨੇ ਸਾਜਿਆ ਆ। ਉਸਨੇ ਆਪਣੇ ਪਵਿੱਤਰ ਆਤਮਾ ਦੇ ਹਥਿਆਰਾਂ ਦੇ ਨਾਲ ਤੁਹਾਨੂੰ ਹਥਿਆਰਬੰਦ ਕੀਤਾ। ਤੁਹਾਨੂੰ ਦੁਨਿਆਵੀ ਹਥਿਆਰ ਆਪਣੇ ਉੱਤੇ ਪਾਉਣ ਦੀ ਜ਼ਰੂਰਤ ਨਹੀਂ। ਸਾਨੂੰ ਜੋ ਕੁਝ ਵੀ ਮਿਲਿਆ ਉਹ ਪ੍ਰਭੂ ਦਾ ਮਿਲਿਆ। ਜੇ ਤੁਹਾਡੇ ਹੱਥਾਂ ਦੇ ਵਿੱਚ ਜਿਹੜੀ ਉਸਨੇ ਕਿਰਪਾਨ ਦਿੱਤੀ ਆ, ਉਹ ਹੈ ਇਹ ਪ੍ਰਭੂ ਦਾ ਸ਼ਬਦ, ਉਸ ਦਾ ਇਹ ਪਵਿੱਤਰ ਸ਼ਬਦ, ਜੋ ਪਵਿੱਤਰ ਆਤਮਾ ਦੇ ਰਾਹੀਂ ਇਸ ਵਚਨ ਦੇ ਵਿੱਚ, ਇਸ ਪੁਸਤਕ ਦੇ ਵਿੱਚ ਲਿਖਵਾਇਆ ਗਿਆ ਔਰ ਸਾਡੇ ਤਾਈਂ ਪਹੁੰਚਿਆ। ਇਸ ਕਿਰਪਾਨ ਦੇ ਨਾਲ ਉਸਨੇ ਤੁਹਾਨੂੰ ਸਾਜਿਆ ਆ। ਇਸ ਤੋਂ ਦੂਰ ਨਾ ਰਹੋ, ਇਸ ਤੋਂ ਦੂਰ ਨਾ ਰਹੋ। ਕਿਸੇ ਇਨਸਾਨ ਨੇ ਕਿਹਾ ਸੀਗਾ ਕਿ ਜਾਂ ਤਾਂ ਪਾਪ ਮੈਨੂੰ ਇਸ ਪੁਸਤਕ ਤੋਂ ਦੂਰ ਰੱਖੇਗਾ, ਜਾਂ ਇਹ ਪੁਸਤਕ ਮੈਨੂੰ ਪਾਪ ਤੋਂ ਦੂਰ ਰੱਖੇਗੀ। ਔਰ ਜਿੱਥੇ ਜਿੱਥੇ ਪਾਪ ਆ, ਉੱਥੇ ਉੱਥੇ ਹੀ ਉਹ ਪਾਪੀ ਤੁਰਿਆ ਫਿਰਦਾ ਔਰ ਦਹਾੜਦਾ ਫਿਰਦਾ, ਔਰ ਉਸਨੇ ਦੰਦ ਤਿੱਖੇ ਕੀਤੇ ਹੋ। ਔਰ ਸਭ ਤੋਂ ਵਧੀਆ ਡੈਂਟਿਸਟ ਉਹਦਾ ਆ। ਕਿ ਉਹ ਇਨਸਾਨ ਨੂੰ ਅੰਦਰੋਂ ਔਰ ਬਾਹਰੋਂ ਪਾੜਦਾ, ਘਰਾਂ ਨੂੰ ਆਪਸ ਵਿੱਚ ਪਾੜਦਾ। ਪਰ ਪ੍ਰਭੂ ਦਾ ਸ਼ੁਕਰ ਆ ਕਿ ਇਹ ਤੁਹਾਨੂੰ ਪ੍ਰਭੂ ਦੇ ਵੀ ਨਜ਼ਦੀਕ ਲੈ ਕੇ ਆਏਗਾ ਇਹ ਵਚਨ, ਔਰ ਤੁਹਾਨੂੰ ਇੱਕ ਦੂਸਰੇ ਦੇ ਵੀ ਲਾਗੇ ਲੈ ਕੇ ਆਏਗਾ। ਤੁਹਾਡੀ ਆਤਮਾ ਨੂੰ ਇਕਾਗਰਤਾ ਦੇਵੇਗਾ, ਤੁਹਾਡੇ ਮਨ ਨੂੰ ਸ਼ਾਂਤੀ ਦੇਵੇਗਾ। ਇਹ ਤੁਹਾਡੇ ਮਨ ਨੂੰ ਪੀਸ ਦੇਵੇਗਾ, ਇੱਕ ਦਲੇਰੀ ਦੇਵੇਗਾ, ਇੱਕ ਸਟਰੈਂਥ ਦੇਵੇਗਾ, ਤੁਹਾਡੇ ਪੈਰਾਂ ਨੂੰ ਖੜੇ ਹੋਣ ਦੇ ਲਈ ਇੱਕ ਜਗ੍ਹਾ ਦੇਵੇਗਾ। ਸਾਡੇ ਪੈਰਾਂ ਦੇ ਵਿੱਚ ਪ੍ਰਭੂ ਨੇ ਕਰਮ ਦੀ ਜੁੱਤੀ ਪਾਈ ਆ। ਹੱਥਾਂ ਦੇ ਵਿੱਚ ਉਸਨੇ ਇਹ ਤਲਵਾਰ ਦਿੱਤੀ ਆ, ਔਰ ਪੈਰਾਂ ਦੇ ਵਿੱਚ ਉਸਨੇ ਕਰਮ ਦੀ ਜੁੱਤੀ ਪਾਈ ਆ। ਔਰ ਉਸ ਨੂੰ ਮਤ ਭੁੱਲੋ ਕਿ ਅਸੀਂ ਕਿਸ ਕੰਮ ਦੇ ਲਈ ਸੱਦੇ ਗਏ ਹਾਂ। ਮੇਰੇ ਨਾਲ ਅਗਰ ਤੁਹਾਡੇ ਕੋਲ ਤੁਹਾਡੇ ਕੋਲ ਬਾਈਬਲਾਂ, ਤੇ ਆਪਣੀ ਬਾਈਬਲ ਦੇ ਵਿੱਚ ਮੱਤੀ ਦਾ 25ਵਾਂ ਭਾਵ ਕੱਢੋ, ਮੈਥਿਊ ਚੈਪਟਰ 25। This is what we are called for. These are our deeds. ਔਰ ਇਹ ਪ੍ਰਭੂ ਯਿਸੂ ਮਸੀਹ ਨੇ ਆਪਣੇ ਮੂੰਹ ਦੇ ਰਾਹੀਂ ਸਾਨੂੰ ਦਿੱਤਾ। ਮੱਤੀ ਦਾ 25ਵਾਂ ਭਾਵ ਉਸ ਦੀ 31 ਆਇਤ ਤੋਂ। ਅਗਰ ਤੁਹਾਡੇ ਕੋਲ ਨਵੀਆਂ ਪੰਜਾਬੀ ਦੀਆਂ ਬਾਈਬਲਾਂ, ਤੇ ਪੇਜ 51, 51 ਪੇਜ, ਔਰ ਪ੍ਰਭੂ ਦੇ ਵਚਨ ਦੇ ਵਿੱਚ ਇਹ ਇਸ ਤਰ੍ਹਾਂ ਲਿਖਿਆ, ਜਦੋਂ ਮਨੁੱਖ ਦਾ ਪੁੱਤਰ ਆਪਣੀ ਮਹਿਮਾ ਅਤੇ ਆਪਣੇ ਸਵਰਗ ਦੂਤਾਂ ਦੇ ਨਾਲ ਆਵੇਗਾ, ਤੇ ਉਹ ਆਪਣੇ ਸ਼ਾਹੀ ਸਿੰਘਾਸਨ ਉੱਤੇ ਬੈਠੇਗਾ। ਉਸ ਸਮੇਂ ਧਰਤੀ ਦੀਆਂ ਸਭ ਕੌਮਾਂ ਉਸ ਦੇ ਸਾਹਮਣੇ ਇਕੱਠੀਆਂ ਕੀਤੀਆਂ ਜਾਣਗੀਆਂ। ਉਹ ਉਹਨਾਂ ਨੂੰ 2 ਹਿੱਸਿਆਂ ਦੇ ਵਿੱਚ ਵੰਡੇਗਾ, ਜਿਸ ਤਰ੍ਹਾਂ ਚਰਵਾਹਾ ਭੇਡਾਂ ਅਤੇ ਬੱਕਰੀਆਂ ਨੂੰ ਵੱਖਰਾ ਕਰਦਾ ਹੈ। ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆਂ ਨੂੰ ਖੱਬੇ ਪਾਸੇ ਖੜਾ ਕਰੇਗਾ। ਫਿਰ ਰਾਜਾ ਆਪਣੇ ਸੱਜੇ ਵਾਲੇ ਪਾਸਿਆਂ ਨੂੰ ਕਹੇਗਾ, ਮੇਰੇ ਪਿਤਾ ਦੇ ਧਨ ਲੋਕੋ, ਆਓ ਤੁਸੀਂ ਉਸ ਰਾਜ ਨੂੰ ਲਓ ਜੋ ਤੁਹਾਡੇ ਲਈ ਇਸ ਸੰਸਾਰ ਦੇ ਸ਼ੁਰੂ ਤੋਂ ਹੀ ਤਿਆਰ ਕੀਤਾ ਗਿਆ ਹੈ। ਮੈਂ ਭੁੱਖਾ ਸਾਂ, ਤੁਸੀਂ ਭੋਜਨ ਦਿੱਤਾ। ਮੈਂ ਧਿਆਇਆ ਸਾਂ, ਤੁਸੀਂ ਮੈਨੂੰ ਪਾਣੀ ਪਿਲਾਇਆ। ਮੈਂ ਪਰਦੇਸੀ ਸਾਂ, ਤੁਸੀਂ ਮੇਰਾ ਆਪਣੇ ਘਰ ਵਿੱਚ ਸਵਾਗਤ ਕੀਤਾ। ਮੈਂ ਨੰਗਾ ਸਾਂ, ਤੁਸੀਂ ਮੈਨੂੰ ਕੱਪੜਾ ਦਿੱਤਾ। ਮੈਂ ਬਿਮਾਰ ਸਾਂ, ਤੁਸੀਂ ਮੇਰੀ ਖਬਰ ਲਈ। ਮੈਂ ਕੈਦ ਵਿੱਚ ਸਾਂ, ਤੁਸੀਂ ਮੇਰੇ ਕੋਲ ਆਏ। ਵਰਸ 37, ਨੇਕ ਲੋਕੀ ਉਸ ਵੇਲੇ ਉਸ ਨੂੰ ਉੱਤਰ ਦੇਣਗੇ, ਕਿਸ ਵੇਲੇ ਪ੍ਰਭੂ ਜੀ? ਅਸੀਂ ਤੁਹਾਨੂੰ ਭੁੱਖਾ ਦੇਖਿਆ ਤੇ ਭੋਜਨ ਦਿੱਤਾ, ਤਿਹਾਇਆ ਦੇਖਿਆ ਤੇ ਤੁਹਾਨੂੰ ਪਾਣੀ ਦਿੱਤਾ।
ਕਦੋਂ ਅਸੀਂ ਤੁਹਾਨੂੰ ਪਰਦੇਸੀ ਰੂਪ ਦੇ ਵਿੱਚ ਦੇਖਿਆ ਤੇ ਤੁਹਾਡਾ ਸਵਾਗਤ ਆਪਣੇ ਘਰ ਦੇ ਵਿੱਚ ਕੀਤਾ, ਜਾਂ ਨੰਗਾ ਦੇਖਿਆ ਤੇ ਤੁਹਾਨੂੰ ਕੱਪੜਾ ਦਿੱਤਾ? ਕਦੋਂ ਅਸੀਂ ਬਿਮਾਰ ਜਾਂ ਕੈਦ ਦੇ ਵਿੱਚ ਦੇਖਿਆ ਤੇ ਤੁਹਾਡੀ ਖਬਰ ਲਈ ਗਏ? ਰਾਜਾ ਉਹਨਾਂ ਨੂੰ ਉਸ ਵੇਲੇ ਉੱਤਰ ਦੇਗਾ, ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ, ਜਦੋਂ ਕਦੀ ਵੀ ਤੁਸੀਂ ਇਹਨਾਂ ਮੇਰੇ ਘਟੀਆ ਤੋਂ ਘਟੀਆ ਭਰਾਵਾਂ ਵਿੱਚੋਂ ਕਿਸੇ ਇੱਕ ਦੇ ਨਾਲ ਕੀਤਾ, ਤੁਸੀਂ ਅਸਲ ਦੇ ਵਿੱਚ ਮੇਰੇ ਨਾਲ ਹੀ ਕੀਤਾ। It is very easy to see a drug addicted person begging for money and say to him, go get a job. Very easy. What if that person is Jesus? And want to see what you do? ਕਿਸੇ ਵੀ ਡਰੱਗ ਦੇ ਮਾਰੇ ਹੋਏ ਬੰਦੇ ਨੂੰ ਦੇਖ ਕੇ ਇਹ ਕਹਿ ਦੇਣਾ ਕਿ ਜਾ ਕੇ ਜੌਬ ਲੱਭ, ਕੰਮ ਕਰ। ਬਹੁਤ ਸੌਖਾ ਕਹਿਣਾ, ਪਰ ਜੇ ਪ੍ਰਭੂ ਯਿਸੂ ਆ ਫੇਰ ਕੀ ਕਹੂੰ ਕਰਾਂਗੇ? ਜੇ ਪ੍ਰਭੂ ਯਿਸੂ ਉਸ ਰੂਪ ਦੇ ਵਿੱਚ ਉੱਥੇ ਖੜਾ, ਸਾਨੂੰ ਉਹਨਾਂ ਨੂੰ ਪੈਸਾ ਦੇਣ ਦੀ ਤਾਂ ਜ਼ਰੂਰਤ ਨਹੀਂ, but we can buy a sandwich. ਸਾਨੂੰ ਪਤਾ ਵੀ ਜੇ ਪੈਸੇ ਦਿੱਤੇ ਤਾਂ ਇਸਨੇ ਡਰੱਗ ਖਾਣੀ ਆ, ਇਹ 'ਚ ਤਾਂ ਕੋਈ ਮੂਰਖਤਾ ਨਹੀਂ। ਪੈਸੇ ਦੇਣੇ ਦੇ ਵਿੱਚ ਕੋਈ ਵਿਜ਼ਡਮ ਨਹੀਂ, ਪਰ ਸੈਂਡਵਿਚ ਤਾਂ ਲੈ ਕੇ ਦੇ ਸਕਦੇ ਆ ਨਾ, ਕੋਕ ਲੈ ਕੇ ਦੇ ਸਕਦੇ ਆ, ਜੇ ਗਰਮੀ ਹੈ ਤਾਂ ਪਾਣੀ ਦੀ ਬੋਤਲ ਲੈ ਕੇ ਦੇ ਸਕਦੇ ਆ। ਕਿਉਂਕਿ ਉਹ ਤਾਂ ਘਟੀਆ ਚੋਂ ਘਟੀਆ 'ਚ ਖੜਾ। ਇੱਕ ਵੀ ਸਾਧ ਇਸ ਪ੍ਰਭੂ ਦੇ ਘਰ ਨਹੀਂ ਆਉਣਾ। ਇਹ ਹੌਸਪੀਟਲ ਆ, ਇਹ ਪਾਪੀਆਂ ਦਾ ਘਰ ਆ। ਚੰਗਾ ਭਲਾ ਇੱਥੇ ਨਹੀਂ ਆਉਣਾ, ਇਹ ਬਿਮਾਰਾਂ ਦਾ ਘਰ ਆ। ਉਹਨਾਂ ਦੇ ਆਸਰੇ ਦੀ ਥਾਂ ਆ, ਇਹ ਬੇਘਰਿਆਂ ਦੀ ਆਸਰੇ ਦੀ ਥਾਂ ਆ। ਇੱਥੇ ਅਮੀਰ ਨਹੀਂ ਆਉਣੇ, ਪਰ ਇੱਥੇ ਆ ਕੇ ਅਮੀਰ ਬਥੇਰੇ ਹੋਣੇ ਤਾਂ ਉਹਨਾਂ ਨੇ ਫਿਰ ਜਾਣਾ, ਕਿਉਂਕਿ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਹਿਣਾ ਹੁਣ ਸਾਨੂੰ ਕਿਤੇ ਕੋਈ ਕਵੇ ਨਾ, ਬਰਾਦਰੀ ਦੇ ਵਿੱਚ ਸਾਡਾ ਨਾਂ ਨਾ ਖਰਾਬ ਹੋ ਜਾਏ। ਇਸ ਥਾਂ ਨੇ ਅਮੀਰ ਬਥੇਰੇ ਕਰਨੇ ਆ। ਇੱਥੇ ਟੁੱਟੇ ਹੋਇਆਂ ਨੇ ਆਉਣਾ, ਡਿੱਗਿਆਂ ਨੇ ਆਉਣਾ, ਰੋਂਦਿਆਂ ਨੇ ਆਉਣਾ। ਇੱਥੇ ਉਹਨਾਂ ਨੇ ਆਉਣਾ ਜਿਨ੍ਹਾਂ ਨੂੰ ਕਿਸੇ ਨੇ ਨਹੀਂ ਝੱਲਣਾ। ਪ੍ਰਭੂ ਯਿਸੂ ਦੇ ਘਰ ਨੇ ਉਹਨਾਂ ਨੂੰ ਚੱਲਣਾ। ਔਰ ਸਾਡੇ ਪੈਰਾਂ ਦੇ ਵਿੱਚ ਉਸਨੇ ਕਰਮ ਦੀ ਜੁੱਤੀ ਪਾਈ ਹੋਆ, ਆਪਣੇ ਕੰਮ ਦੀ ਜੁੱਤੀ ਉਸਨੇ ਪਾਈ ਹੋਈ। ਜਾ ਭੁੱਖੇ ਨੂੰ ਖੜਾ, ਰੋਂਦੇ ਦੇ ਨਾਲ ਬੈਠ, ਉਹਦੇ ਹੰਝੂ ਪੂੰਝ। ਬਿਮਾਰ ਨੂੰ ਜਾ ਕੇ ਦਵਾਈ ਦੇ, ਨੰਗੇ ਨੂੰ ਕੱਪੜਾ ਦੇ। ਕੈਦੀ ਨੂੰ ਜਾ ਕੇ ਇਹ ਨਾ ਪੁੱਛ ਕਿ ਤੇਰੇ ਕਰਮਾਂ ਦੀ ਸਜ਼ਾ ਤੈਨੂੰ ਮਿਲਦੀ ਪਈ ਆ, ਉਹਨੂੰ ਇਹ ਨਾ ਦੱਸ। ਉਹਦੇ ਨਾਲ ਜਾ ਕੇ ਬੈਠ, ਉਹਦੇ ਪਾਸੇ ਦੀ ਗੱਲ ਸੁਣ। ਕੈਦੀ ਨੂੰ ਵੀ ਸ਼ੁਭ ਸਮਾਚਾਰ ਦੇ ਕਿ ਅਗਰ ਤੂੰ ਆਪਣਾ ਪਾਪ ਪ੍ਰਭੂ ਦੇ ਹੱਥਾਂ ਦੇ ਵਿੱਚ ਦੇ ਦੇਂਗਾ ਤੇ ਤੇਰਾ ਸਰੀਰ ਨੂੰ ਤਾਂ ਮੈਂ ਕੁਛ ਨਹੀਂ ਕਰ ਸਕਦਾ, ਪਰ ਤੇਰੀ ਆਤਮਾ ਬਚ ਜਾਏਗੀ। ਸਰੀਰ ਦੇ ਕੀਤੇ ਹੋਏ ਕੰਮਾਂ ਦੀ ਤੂੰ ਸਜ਼ਾ ਭੋਗ ਰਿਹਾ, ਪਰ ਤੇਰੀ ਆਤਮਾ ਬਚ ਜਾਏਗੀ ਅਗਰ ਤੂੰ ਆਪਣੇ ਪਾਪ ਪ੍ਰਭੂ ਦੇ ਹੱਥਾਂ ਦੇ ਵਿੱਚ ਦੇ ਦੇਂ। ਤਾਂ ਇੱਕ ਨਵਾਂ ਪਾਣੇ ਸਹੀ ਜੇਲ੍ਹ ਦੇ ਵਿੱਚ ਤੇਰੇ ਲਈ ਆ ਜਾਏਗਾ। ਮੇਰੇ ਪਿਆਰੇ ਭੈਣੋ ਭਰਾਓ, ਜਿਸ ਫਿਲਿੱਪੀਆਂ ਦੀ ਚਰਚ ਨੂੰ ਅਸੀਂ ਕਹਿੰਦੇ ਆ ਨਾ ਕਿ ਬੜੀ ਪਿਆਰੀ ਚਰਚ ਆ, ਤੇ ਫਿਲਿੱਪੀਆਂ ਦੀ ਪੁਸਤਕ ਬੜੀ ਪਿਆਰੀ ਪੁਸਤਕ ਆ, ਉਹ ਪਤਾ ਕਿਹਨਾਂ ਨੂੰ ਲਿਖੀ ਗਈ ਸੀਗੀ? ਉਸ ਜੇਲਰ ਨੂੰ ਜਿਹਨੇ ਪ੍ਰਭੂ ਨੂੰ ਅਸੈਪਟ ਕੀਤਾ ਸੀ, ਤਾਂ ਉਹਨਾਂ ਕੈਦੀਆਂ ਨੂੰ ਜਿਹੜੇ ਦੌੜੇ ਨਹੀਂ ਸਕੇ। ਅਸੀਂ ਪੜ੍ਹਦੇ ਨਾ ਫਿਲਿੱਪੀਆਂ ਦੇ ਬਾਰੇ ਕਿ ਜਦੋਂ ਪੌਲੁਸ ਰਸੂਲ ਉੱਥੇ ਗਿਆ ਤੇ ਉੱਥੇ ਉਹਨਾਂ ਨੂੰ ਕੁੱਟ ਮਾਰ ਕੇ ਕੈਦ ਦੇ ਵਿੱਚ ਦੇ ਦਿੱਤਾ ਗਿਆ, ਤਾਂ ਕਾਠ ਦੇ ਵਿੱਚ ਠੋਕ ਦਿੱਤਾ, ਤੇ ਉੱਥੇ ਬੈਠੇ ਭਜਨ ਬੰਦਗੀ ਤੇ ਗਾਉਂਦੇ ਸੀ, ਔਰ ਸਾਰੇ ਕੈਦੀ ਉਹਨਾਂ ਨੂੰ ਸੁਣਦੇ ਪਏ ਸੀ। ਤਾਂ ਉੱਥੇ ਭੁਚਾਲ ਆ ਗਿਆ,
ਔਰ ਉਹਨਾਂ ਦੇ ਹੱਥਾਂ ਦੀਆਂ ਜੰਜੀਰਾਂ ਟੁੱਟ ਗਈਆਂ। ਬਈ ਨਵੇਂ ਕਿਸਮ ਦਾ ਭੁਚਾਲ ਆ ਜਿਹੜਾ ਹੱਥਾਂ ਦੀਆਂ ਜੰਜੀਰਾਂ ਖੋਲਦਾ ਪਿਆ। ਮੈਂ ਤਾਂ ਕਦੀ ਭੁਚਾਲ ਨੂੰ ਇਹ ਕਰਦਾ ਦੇਖਿਆ ਨਹੀਂ ਅੱਜ ਤਾਈਂ। ਮੈਂ ਤਾਂ ਇਹੋ ਹੀ ਦੇਖਿਆ ਕਿ ਭੁਚਾਲ ਆਇਆ ਤੇ ਸੁਨਾਮੀ ਆਈ ਤੇ ਜਿਹਦੇ ਨਾਲ 2.5 ਲੱਖ ਲੋਕ ਮਰ ਗਏ। ਲੋਕ ਘਰਾਂ ਦੇ ਵਿੱਚ ਥੱਲੇ, ਮਿੱਟੀ ਦੇ ਥੱਲੇ ਆ ਕੇ ਮਰ ਗਏ। ਇਹ ਤਾਂ ਮੈਂ ਜ਼ਰੂਰ ਸੁਣਿਆ, ਪਰ ਇਹ ਨਵੇਂ ਕਿਸਮ ਦਾ ਭੁਚਾਲ ਆ। ਇਹ ਭੁਚਾਲ ਉਹ ਆ ਕਿ ਪਰਮੇਸ਼ਰ ਦੇ ਫਰਿਸ਼ਤੇ ਨੇ ਧਰਤੀ ਦੇ ਉੱਤੇ ਆਪਣਾ ਪੈਰ ਰੱਖਿਆ ਤੇ ਧਰਤੀ ਹਿੱਲ ਗਈ ਤੇ ਉਹਨੇ ਉਹਨਾਂ ਦੀਆਂ ਹੱਥਾਂ ਦੀਆਂ ਜੰਜੀਰਾਂ ਖੋਲ ਦਿੱਤੀਆਂ। ਔਰ ਇੱਕ ਵੀ ਕੈਦੀ ਨਹੀਂ ਦੌੜਾ। ਉਹ ਜੇਲਰ ਆਪਣੇ ਆਪ ਨੂੰ ਮਾਰਨਾ ਚਾਹੁੰਦਾ ਪਿਆ। ਉਹ ਕਹਿੰਦਾ ਮਾਰਨਾ, ਅਸੀਂ ਸਾਰੇ ਇੱਥੇ ਹਾਂ, ਅਸੀਂ ਸਾਰੇ ਹੀ ਇੱਥੇ ਹਾਂ। ਔਰ ਜਦ ਉਹਨੂੰ ਪੁੱਛਦਾ ਪਿਆ ਕਿ ਮੈਂ ਕੀ ਕਰਾਂ, ਕਹਿੰਦਾ ਪ੍ਰਭੂ ਯਿਸੂ ਤੇ ਭਰੋਸਾ ਕਰ, ਤੂੰ ਤੇ ਤੇਰਾ ਘਰਾਨਾ ਨਜਾਤ ਪਾਉਂਗੇ। 2 ਦਿਨ ਉੱਥੇ ਉਹ ਹੋਰ ਰਹੇ। ਉਹਨਾਂ ਹੀ ਕੈਦੀਆਂ ਨੂੰ ਪ੍ਰਭੂ ਜੇਲ੍ਹ ਤੇ ਟੁੱਟੀ ਹੋਊ ਆ, ਜੇਲ੍ਹ ਤੇ ਟੱਠੀ ਹੋਊ ਆ। ਕੈਦੀ ਕਿੱਥੇ ਜਾਣ? ਉਹ ਜੇਲਰ ਦੇ ਘਰ ਬੈਠੇ ਹੋ ਆ, ਉੱਥੇ ਬੈਠੇ ਉਹਨਾਂ ਨੂੰ ਪ੍ਰਭੂ ਦਾ ਵਚਨ ਸੁਣਾਉਂਦਾ ਪਿਆ। ਤੇ ਸਭ ਤੋਂ ਜਿਹੜੀ ਪਿਆਰੀ ਪੁਸਤਕ ਆ, 2 ਪਿਆਰੀਆਂ ਪੁਸਤਕਾਂ, ਅਫਸੀਆਂ ਦਾ ਖੱਤ ਤੇ ਫਿਲਿੱਪੀਆਂ ਦਾ ਖੱਤ, ਇਹ ਦੋਵਾਂ ਖੱਤਾਂ ਨੂੰ ਇਹ ਦੋਵਾਂ ਵਿੱਚੋਂ ਇੱਕ ਖੱਤ ਉਹਨਾਂ ਕੈਦੀਆਂ ਨੂੰ ਲਿਖਿਆ ਜਾ ਰਿਹਾ, ਉਸ ਜੇਲਰ ਨੂੰ ਲਿਖਿਆ ਜਾ ਰਿਹਾ ਕਿ ਪ੍ਰਭੂ ਨੇ ਜਿਹੜਾ ਭਲਾ ਕੰਮ ਤੁਹਾਡੇ ਅੰਦਰ ਸ਼ੁਰੂ ਕੀਤਾ, ਉਸ ਨੂੰ ਮਸੀਹ ਦੇ ਦਿਨ ਤੱਕ ਪੂਰਾ ਵੀ ਕਰੇਗਾ। ਇਹ ਸਾਨੂੰ ਉੱਥੋਂ ਮਿਲਦਾ ਪਿਆ। ਮੇਰੇ ਪਿਆਰੇ ਭੈਣੋ ਤੇ ਭਰਾਓ, ਪ੍ਰਭੂ ਨੇ ਬੜੀਆਂ ਵੱਡੀਆਂ ਚੀਜ਼ਾਂ ਦੇ ਲਈ ਤੁਹਾਨੂੰ ਚੁਣਿਆ ਆ। ਆਪਣੇ ਸ਼ਬਦ ਦੀ ਕਿਰਪਾਨ ਦਿੱਤੀ ਹੋਈ ਤੁਹਾਡਿਆਂ ਹੱਥਾਂ ਦੇ ਵਿੱਚ। ਆਪਣੀ ਪਵਿੱਤਰ ਆਤਮਾ ਦੀ ਢਾਲ ਦੇ ਨਾਲ ਉਸਨੇ ਤੁਹਾਨੂੰ ਸੰਭਾਲਿਆ ਆ। ਤੁਹਾਡੇ ਮੂੰਹ ਦੇ ਵਿੱਚ ਉਸਨੇ ਦੁਆ ਪਾਈ ਹੋਈ ਆ। ਮੁਕਤੀ ਦਾ ਕੁੰਡਲ ਸਿਰ ਤੇ ਰੱਖਿਆ ਆ, ਧਾਰਮਿਕਤਾ ਦਾ ਕਵਚ ਪਾਇਆ ਆ। ਇਹਨਾਂ ਚੀਜ਼ਾਂ ਨੂੰ ਓੜ ਕੇ ਰੱਖੋ ਤੇ ਸ਼ੈਤਾਨ ਤੁਹਾਡਾ ਕੁਛ ਨਹੀਂ ਵਿਗਾੜ ਸਕੇਗਾ। ਇਸੇ ਹੀ ਕਰਕੇ ਜਿਸ ਵੇਲੇ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਪੜ੍ਹਦੇ ਹਾਂ ਤੇ ਰੋਮਨਸ ਦਾ 15ਵਾਂ ਭਾਵ 16ਵਾਂ ਭਾਵ ਤੇ ਉਸ ਦੀ 20ਵੀਂ ਆਇਤ ਦੇ ਵਿੱਚ ਲਿਖਿਆ ਕਿ ਪਰਮੇਸ਼ਵਰ ਜੋ ਸ਼ਾਂਤੀ ਦਾ ਦਾਤਾ ਹੈ, ਉਹ ਛੇਤੀ ਹੀ ਸ਼ੈਤਾਨ ਨੂੰ ਤੁਹਾਡੇ ਪੈਰਾਂ ਦੇ ਥੱਲੇ ਮਿੱਧ ਦੇਵੇਗਾ। Now look at in this verse. It's never said that Jesus will destroy the Satan underneath his feet. ਉਹ ਇਹ ਕਹਿੰਦਾ ਕਿ ਤੁਹਾਡੇ ਪੈਰਾਂ ਦੇ ਥੱਲੇ ਉਸ ਨੂੰ ਮਿੱਧੇਗਾ। ਉਹਦੀ ਸਿਰੀ ਤੁਹਾਡੇ ਪੈਰਾਂ, ਜਿਹੜਾ ਸ਼ੈਤਾਨ ਦਾ ਹਿੱਸਾ, ਜਿਹੜਾ ਸ਼ੈਤਾਨ ਨੇ ਕੰਮ, ਜਿਹੜਾ ਉਹਦਾ ਸਪੋਲੀਆ ਤੁਹਾਡਿਆਂ ਘਰਾਂ 'ਚ ਬੈਠਾ ਆ ਨਾ, ਤੁਹਾਡੀਆਂ ਜ਼ਿੰਦਗੀ ਦੇ ਵਿੱਚ ਬੈਠਾ ਆ, ਉਹ ਸਪੋਲੀਏ ਦਾ ਸਿਰ ਉਹ ਤੁਹਾਡੀ ਹੀ ਅੱਡੀ ਦੇ ਨਾਲ ਮਿਧਵਾਏਗਾ। ਇਹ ਕਹਿ ਰਿਹਾ। ਸਾਡੇ ਪ੍ਰਭੂ ਯਿਸੂ ਦੀ ਕਿਰਪਾ ਤੁਹਾਡੇ ਨਾਲ ਬਣੀ ਰਹੇ। ਉਹ ਆਪਣੀ ਢਾਲ ਦੇ ਵਿੱਚ ਸਾਨੂੰ ਛੁਪਾ ਕੇ ਰੱਖੇ। ਉਹ ਸਾਨੂੰ ਆਪਣੇ ਕੋਟ ਦੇ ਵਿੱਚ ਆਪਣਾ ਜੋ ਉਸਨੇ ਸਾਡੇ ਲਈ ਬਚਾਓ ਦਾ ਕੱਪੜਾ ਦਿੱਤਾ, ਉਸ ਦੇ ਵਿੱਚ ਉਹ ਸਾਨੂੰ ਬਚਾ ਕੇ ਰੱਖੇ। ਸੋ ਚਰਚ, ਪ੍ਰਭੂ ਨੇ ਤੁਹਾਨੂੰ 7 ਕੱਕੇ ਦਿੱਤੇ ਆ। 7 ਕਕਾਰੀ ਆ ਤੁਸੀਂ। ਇਸ ਦੇ ਵਿੱਚ ਬਣ ਕੇ ਰਹੋ। ਸ਼ਬਦ ਦੀ ਕਿਰਪਾਨ ਤੁਹਾਡੇ ਕੋਲ ਆ। ਜਿਸ ਲਈ ਤੁਸੀਂ ਵਚਨ ਨੂੰ ਦੇਖਦੇ ਆ, ਤੁਹਾਨੂੰ ਉਸਨੇ ਆਪਣਾ ਧਾਰਮਿਕਤਾ ਦਾ ਕਵਚ ਦਿੱਤਾ ਆ, ਔਰ ਉਸਨੇ ਕਮਰਬੰਦ, ਤੁਹਾਨੂੰ ਪਵਿੱਤਰਤਾ ਦਾ ਕਮਰਬੰਦ ਦਿੱਤਾ ਆ। ਮੁਕਤੀ ਦਾ ਕੁੰਡਲ ਉਸਨੇ ਤੁਹਾਡੇ ਸਿਰ ਦੇ ਉੱਤੇ ਪਾਇਆ। ਕਿਰਪਾ ਦੀ ਢਾਲ ਉਸਨੇ ਤੁਹਾਡਿਆਂ ਹੱਥਾਂ ਦੇ ਵਿੱਚ ਦਿੱਤੀ ਹੋਆ। ਕੁਰਲਾਹਟ ਭਰੀ ਦੁਆ ਤੁਹਾਡੇ ਮੂੰਹਾਂ ਦੇ ਵਿੱਚ ਉਸਨੇ ਪਾਈ, ਔਰ ਕਰਮਾਂ ਦੀ ਜੁੱਤੀ ਉਸਨੇ ਤੁਹਾਡੇ ਪੈਰਾਂ ਦੇ ਵਿੱਚ ਪਾਈ। ਯਾਦ ਰੱਖੋ, ਤੁਸੀਂ ਉਹ 7 ਕਕਾਰੀ ਆ ਜਿਨ੍ਹਾਂ ਨੂੰ ਪ੍ਰਭੂ ਦੀ ਪਵਿੱਤਰ ਆਤਮਾ ਨੇ ਸਭ ਕੁਝ ਪਹਿਨਾਇਆ ਆ।
ਇਹ ਪਵਿੱਤਰ ਆਤਮਾ ਦੇ ਦਿੱਤੇ ਹੋਏ ਗਿਫਟ ਆ ਜਿਹੜੇ ਉਹਨੇ ਤੁਹਾਡੇ ਆਲੇ ਦੁਆਲੇ ਪਾਇਓ ਆ। ਇਹਦੇ ਵਿੱਚ ਬਣੇ ਰਹੋ, ਇਹਦੇ ਵਿੱਚ ਬਣੇ ਰਹੋ, ਇਸ ਪ੍ਰੋਟੈਕਸ਼ਨ ਦੇ ਵਿੱਚ ਬਣੇ ਰਹੋ, ਤਾਂ ਤੁਸੀਂ ਵੈਰੀ ਨੂੰ ਆਪਣੇ ਪੈਰਾਂ ਦੇ ਥੱਲੇ ਮਿਧੋਗੇ। ਆਮੇਨ। ਆਓ ਖੜੇ ਹੋਈਏ ਔਰ ਪ੍ਰਭੂ ਤੋਂ ਮੰਗੀਏ। ਤੇਰੇ ਵਚਨ ਦੇ ਵਿੱਚੋਂ ਪ੍ਰਭੂ ਜੀ ਜੋ ਬਰਕਤਾਂ ਤੂੰ ਸਾਨੂੰ ਦਿੱਤੀਆਂ, ਅਸੀਂ ਅੱਜ ਇਹਨਾਂ ਨੂੰ ਆਪਣੇ ਉੱਤੇ ਪਾ ਕੇ ਤੇਰੇ ਘਰੋਂ ਜਾਂਦੇ ਹਾਂ। ਤੇਰਾ ਸ਼ੁਕਰ ਕਰਦੇ ਹਾਂ ਪ੍ਰਭੂ ਜੀ ਕਿ ਤੂੰ ਆਪਣੇ ਵਚਨ ਦੀ ਕਿਰਪਾਨ ਸਾਡੇ ਇੱਕ ਹੱਥ ਵਿੱਚ ਦਿੱਤੀ ਤੇ ਕਿਰਪਾ ਦੀ ਢਾਲ ਦੇ ਦੂਸਰੇ ਹੱਥ ਦੇ ਵਿੱਚ ਸਾਡੀ ਛਾਤੀ ਦੇ ਉੱਤੇ ਪ੍ਰਭੂ ਜੀ ਤੂੰ ਆਪਣੀ ਧਾਰਮਿਕਤਾ ਦਾ ਕਵਚ ਪਾਇਆ ਔਰ ਪਵਿੱਤਰਤਾ ਦੇ ਕਮਰਬੰਦ ਦੇ ਨਾਲ ਤੂੰ ਸਾਨੂੰ ਪ੍ਰਭੂ ਜੀ ਸਨਮਾਨਿਤ ਕੀਤਾ। ਮੁਕਤੀ ਦੇ ਲੋਹ ਟੋਪ ਦੇ ਨਾਲ ਜੋ ਕਿ ਸਾਡਾ ਕੁੰਡਲ ਆ ਖੁਦਾਵੰਦ, ਤੂੰ ਸਾਡੇ ਸਿਰ ਨੂੰ ਢੱਕਿਆ ਔਰ ਦੁਆ ਦੀ ਕੁਰਲਾਹਟ ਨੂੰ ਸਾਡੇ ਮੂੰਹ ਦੇ ਵਿੱਚ ਪਾਇਆ ਕਿ ਅਸੀਂ ਆਪਣੇ ਲਈ ਹੀ ਨਹੀਂ ਬਲਕਿ ਦੂਸਰਿਆਂ ਦੇ ਲਈ ਵੀ ਦੁਆ ਕਰ ਸਕਦੇ ਹਾਂ। ਔਰ ਕਰਤੂਤਾਂ ਦੀ ਜੁੱਤੀ ਤੂੰ ਸਾਡੇ ਪੈਰਾਂ 'ਚ ਪਾਈ ਕਿ ਸਾਡਾ ਕਰਮ ਤੇਰੇ ਪਿੱਛੇ ਚੱਲਣਾ ਹੋਏ ਔਰ ਤੇਰੇ ਵਰਗੇ ਕੰਮ ਕਰਨੇ ਹੋ। ਸਾਨੂੰ ਆਪਣੇ ਘਰ ਦੇ ਵਿੱਚੋਂ ਇਹ ਸਭ ਕੁਝ ਪਹਿਨਾ ਕੇ ਲੈ ਕੇ ਜਾਈ। ਆਪਣੀ ਸ਼ਾਂਤੀ, ਆਪਣਾ ਆਰਾਮ, ਆਪਣਾ ਪਿਆਰ, ਆਪਣੀ ਕਿਰਪਾ, ਇਹਨਾਂ ਚੀਜ਼ਾਂ ਦੇ ਨਾਲ ਤੂੰ ਸਾਨੂੰ ਭਰੀ। ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ 'ਚ ਮੰਗਦੇ ਹਾਂ ਔਰ ਸਾਰੀ ਸੰਗਤ ਕਹੇ ਆਮੀਨ।